ਬੱਚੇ ਵੀ ਥੋੜੇ ਜਿਹੇ ਛੋਟੇ ਆ ਹਜੇ। ਘਰ ਵਾਲੇ ਦੀ ਲੱਤ ਟੁੱਟੀ ਹੈ, ਸਕੂਲ ਦੀ ਗੱਡੀ ਚਲਾਉਂਦੇ ਸੀਗੇ ਤੇ ਹੁਣ ਉਹ ਵੀ 3 ਮਹੀਨਿਆਂ ਤੋਂ ਵਿਹਲੇ ਬਰੇ ਆ। ਕਿਉਂ ਬਾਕੀ ਕੈਂਸਰ ਦੀ ਮਰੀਜ਼ ਹੈ, ਮੇਰਾ ਇਲਾਜ ਚੱਲ ਰਿਹਾ। ਮੋਦੀ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਰਾਸ਼ਨ ਮਿਲਦਾ, ਤੁਹਾਨੂੰ ਮਿਲਿਆ ਜੀ? ਨਹੀਂ ਕਿਤੋਂ ਨਹੀਂ ਮਿਲਿਆ? ਹੋਰ ਕੋਈ ਤੁਹਾਡੀ ਬੁਢਾਪਾ ਪੈਨਸ਼ਨ ਲੱਗੀ ਹੈ? ਨਾ ਜੀ ਲੱਗੀ ਨੀ। ਫਾਰਮ ਭਰ ਕੇ ਦਿੱਤੇ ਤੁਸੀਂ? ਫਾਰਮ ਭਰੇ ਜੀ, ਮੈਨੂੰ ਤਾਂ 15 ਸਾਲ ਹੋ ਗਏ ਭਰਦੇ। ਘਰ ਵਾਲੀ ਦਾ ਵੀ ਆਪਰੇਸ਼ਨ ਹੋਇਆ ਜੀ ਤੇ ਮੇਰਾ ਵੀ ਹੋਇਆ ਜੀ। ਮੇਰੇ ਵੀ ਪਲੇਟਾਂ ਪਾਈਆਂ, ਇਹਦੇ ਵੀ ਪਲੇਟਾਂ ਪਾਈਆਂ। ਸਾਨੂੰ ਕੋਈ ਮਦਦ ਕੋਈ ਨਹੀਂ ਕਰ ਸਕਦਾ। ਘਰ ਦਾ ਬਾਪੂ ਜੀ ਗੁਜ਼ਾਰਾ ਤੁਹਾਡੇ ਕਿਸ ਤਰ੍ਹਾਂ ਚੱਲਦਾ? ਆ ਥਾਂ ਵੇਚਿਆ ਤਾਂ ਆਪਰੇਸ਼ਨ ਕਰਾਇਆ ਜੀ। ਆ ਕਾ ਵਿਆਹ ਪਾਇਆ। ਸਾਨੂੰ ਕਿਹਨੇ ਦਵਾਈ ਦਵਾਉਣੀ ਆ? ਕੈਂਸਰ ਦੀ ਮੈਂ ਮਰੀਜ਼ ਆ। ਪ੍ਰਾਈਮ ਮੋਦੀ ਟੀਵੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੋਗਿੰਦਰ ਗਿੱਲ ਮੋਗਾ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਪਹੁੰਚੇ ਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਬਹੋਨਾ ਵਿਖੇ, ਜਿੱਥੇ ਕਿ ਲੋਕਾਂ ਦਾ ਦੋਸ਼ ਹੈ ਕਿ ਲੋਕਡਾਊਨ ਦੇ ਦਰਮਿਆਨ ਮੋਦੀ ਸਰਕਾਰ ਵੱਲੋਂ ਮਿਲਣ ਵਾਲਾ ਰਾਸ਼ਨ ਅਤੇ ਕੈਪਟਨ ਸਰਕਾਰ ਵੱਲੋਂ ਮਿਲਣ ਵਾਲਾ ਰਾਸ਼ਨ ਉਹਨਾਂ ਤੱਕ ਨਹੀਂ ਪਹੁੰਚਿਆ। ਆਓ ਕਰਦੇ ਹਾਂ ਲੋਕਾਂ ਦੇ ਨਾਲ ਗੱਲਬਾਤ, ਕੀ ਕਹਿਣਾ ਹੈ ਬਹੋਨਾ ਪਿੰਡ ਦੇ ਲੋਕਾਂ ਦਾ। ਆਓ ਦੋਸਤੋ ਗੱਲ ਕਰਦੇ ਹਾਂ ਪਿੰਡ ਬਹੋਨਾ ਦੇ ਗਰੀਬ ਪਰਿਵਾਰ ਦੀ, ਜੋ ਕਿ ਬਜ਼ੁਰਗ ਮਾਤਾ ਆਪ ਕਈ ਸਾਲਾਂ ਤੋਂ ਮੰਜੇ ਤੇ ਪਈ ਹੈ ਅਤੇ ਜੋ ਘਰ ਦਾ ਬਜ਼ੁਰਗ ਹੈ ਉਹ ਵੀ ਬਿਮਾਰ ਰਹਿੰਦਾ ਹੈ। ਕੋਈ ਇਹਨਾਂ ਨੂੰ ਸਰਕਾਰੀ ਸਹਾਇਤਾ ਨਹੀਂ ਮਿਲਦੀ। ਦੋਨੋਂ ਜੀ ਰਹਿੰਦੇ ਹਨ, ਕੋਈ ਬਾਲ ਬੱਚਾ ਨਹੀਂ ਇਹਨਾਂ ਦੇ। ਆਓ ਕਰਦੇ ਹਾਂ ਪਰਿਵਾਰ ਦੇ ਨਾਲ ਇੱਕ ਗੱਲਬਾਤ। ਕੀ ਨਾਮ ਹੈ ਜੀ? ਜੋਗਿੰਦਰ ਸਿੰਘ ਜੀ। ਬਾਪੂ ਜੀ, ਜਿਹੜਾ ਕੋਈ ਸਰਕਾਰਾਂ ਵੱਲੋਂ ਲੋਕਡਾਊਨ ਦੇ ਦਰਮਿਆਨ ਮੋਦੀ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਰਾਸ਼ਨ ਮਿਲਦਾ, ਤੁਹਾਨੂੰ ਮਿਲਿਆ ਜੀ? ਨਹੀਂ ਕਿਤੋਂ ਨਹੀਂ ਮਿਲਿਆ? ਹੋਰ ਕੋਈ ਤੁਹਾਡੀ ਬੁਢਾਪਾ ਪੈਨਸ਼ਨ ਲੱਗੀ ਹੈ? ਨਾ ਜੀ ਲੱਗੀ ਨੀ। ਫਾਰਮ ਭਰ ਕੇ ਦਿੱਤੇ ਤੁਸੀਂ? ਫਾਰਮ ਭਰੇ ਜੀ, ਮੈਨੂੰ ਤਾਂ 15 ਸਾਲ ਹੋ ਗਏ ਭਰਦੇ। 16 ਕੀ ਕਹਿੰਦੇ? ਪੁੱਛ ਕੇ ਆਈਏ ਇਹਦਾ ਕਹਿੰਦੇ ਆਏ ਨਹੀਂ, ਕੁਛ ਨਹੀਂ ਆਇਆ। ਤੇ ਫਾਰਮ ਤੁਸੀਂ ਭਰਦੇ ਰਹੇ ਨੇ ਪਰ ਲੱਗੀ ਹਾਂਜੀ ਹਾਂਜੀ ਭਰੇ ਆ। ਲੱਗੀ? ਨਹੀਂ ਜੀ ਲੱਗੀ। ਠੀਕ ਹੈ, ਮੇਰੀ ਤਾਂ ਉਮਰ ਵੀ ਬਹੁਤ ਹੈ ਜੀ। ਠੀਕ ਹੈ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 47 ਦਾ ਜਨਮ ਹੈ ਜੀ, ਠੀਕ ਹੈ। ਜਦੋਂ ਦਾ ਦੇਸ਼ ਆਜ਼ਾਦ ਹੋਇਆ। ਤੇ ਸਰ ਹੋਰ ਕੋਈ, ਜਿਵੇਂ ਵੀ ਤੁਹਾਡੀ ਪਤਨੀ ਵੀ ਬਿਮਾਰ ਰਹਿੰਦੀ ਹੈ? ਇਹਨੂੰ 7ਵਾਂ ਸਾਲ ਲੱਗ ਗਿਆ ਜੀ। ਅੱਛਾ ਜੀ। ਕੋਈ ਸਰਕਾਰ ਵੱਲੋਂ ਕੋਈ ਇਲਾਜ ਕੋਈ ਕੁਛ ਨਹੀਂ ਜੀ ਹੋਇਆ, ਕੁਛ ਨਹੀਂ। ਜਿਹੜੇ ਸਰਕਾਰ ਨੇ ਅੱਜ ਕੱਲ੍ਹ ਇਲਾਜ ਵਾਸਤੇ ਇੱਕ ਕਾਰਡ ਬਣਾਏ ਹੋਏ ਆ ਵੀ ਉਹਦੇ ਫ੍ਰੀ ਇਲਾਜ ਹੁੰਦਾ, ਉਹ ਤੁਹਾਡਾ ਬਣਿਆ? ਨਾ ਉਹ ਬਣਿਆ ਜੀ ਮੇਰਾ। ਬਣਿਆ? ਇਹਦੇ ਮਾਤਾ ਜੀ ਦਾ? ਇਹਦਾ ਨਹੀਂ ਬਣਿਆ। ਇਹਨਾਂ ਦਾ ਨਹੀਂ। ਕੀ ਸਰਕਾਰ ਤੋਂ ਮੰਗ ਕਰਦੇ ਹੋ? ਖਰਚਾ ਮਿਲਣਾ ਚਾਹੀਦਾ ਸਾਨੂੰ, ਕੁਛ ਨਹੀਂ ਹੈਗਾ ਸਾਡੇ ਕੋਲੇ। ਆ ਘਰ ਹੀ ਘਰ ਹੈ, ਜਿੱਥੋਂ ਮਰਜ਼ੀ ਪਤਾ ਕਰ ਲਓ। ਬੱਚੇ ਕਿੰਨੇ ਨੇ? ਬੱਚੇ ਕੋਈ ਵੀ ਨਹੀਂ ਜੀ। ਹਾਂ ਰੋਟੀ ਮੈਂ ਇਹਨੂੰ ਖਵਾ ਕੇ, ਹੁਣ ਮੈਂ ਪਕਾ ਕੇ ਹਟਿਆ। ਫਿਰ ਘਰ ਦਾ ਬਾਪੂ ਜੀ ਗੁਜ਼ਾਰਾ ਤੁਹਾਡੇ ਕਿਸ ਤਰ੍ਹਾਂ ਚੱਲਦਾ? ਆ ਥਾਂ ਵੇਚਿਆ ਤਾਂ ਆਪਰੇਸ਼ਨ ਕਰਾਇਆ ਜੀ। ਆ ਕਾ ਵਿਆਹ ਪਾਇਆ ਵਾ। ਠੀਕ ਹੈ ਜੀ। ਫਿਰ ਕਿਸ ਤਰ੍ਹਾਂ ਤੁਹਾਡਾ ਚੱਲਦਾ ਜੀ ਗੁਜ਼ਾਰਾ? ਬਾ ਪਿੰਡ ਵਾਲੇ ਦੇ ਦਿੰਦੇ ਆ ਰਾਸ਼ਨ ਪਾਣੀ, ਹੋਰ ਕੁਛ ਨਹੀਂ ਜੀ। ਇਹਦੀ ਪੈਨਸ਼ਨ ਆ ਜਾਂਦੀ ਜਿਹੜੀ ਆ ਜਾਂਦੀ ਬਸ। ਬਿਜਲੀ ਮਾਫ ਹੈ ਜੀ? ਨਾ ਜੀ, ਕੋਈ ਨਹੀਂ ਪੁੱਛਦਾ ਸਾਡੀ। ਠੀਕ ਹੈ। ਕਿੰਨਾ ਬਹੁਤ- ਬਿੱਲ ਆ ਗਿਆ ਜੀ? 900 ਆ ਗਿਆ ਜੀ, ਹੁਣ ਕੀ ਕਰੀਏ। ਆ ਪੱਖਾ ਕੱਲਾ ਚੱਲਦਾ ਹੈ। ਹੋਰ ਕੀ ਸਹੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ? ਕੀ ਮੰਗ ਕਰਦੇ ਹੋ? ਹੋਰ ਸਾਡੀ ਆਹ ਮਦਦ ਹੋ ਜੇ ਜੀ। ਹੋਰ ਕੀ ਹੈ ਅਸੀਂ ਲੈਣਾ? ਖਰਚਾ ਖੁਰਚਾ ਦੇ ਦਿਆ ਕਰਨ। ਠੀਕ ਹੈ। ਭਾਈ ਹੋਰ ਤਾਂ ਕੋਈ ਮੰਗ ਨਹੀਂ ਦਿੰਦਾ ਸਾਡੇ। ਘਰ ਵਾਲੀ ਦਾ ਆਪਰੇਸ਼ਨ ਹੋਇਆ ਜੀ ਤੇ ਮੇਰਾ ਵੀ ਹੋਇਆ ਜੀ। ਮੇਰੇ ਵੀ ਪਲੇਟਾਂ ਪਾਈਆਂ, ਇਹਦੇ ਵੀ ਪਲੇਟਾਂ ਪਾਈਆਂ। ਸਾਨੂੰ ਕੋਈ ਮਦਦ ਕੋਈ ਨਹੀਂ ਕਰ ਸਕਦਾ, ਕਰਦਾ ਗਾ। ਠੀਕ ਹੈ। ਗੌਰਮੈਂਟ ਕਰੇ ਤਾਂ ਠੀਕ ਹੈ ਜੀ। ਆਓ ਦੋਸਤੋ ਗੱਲ ਕਰਦੇ ਹਾਂ ਭੈਣ ਸਰਬਜੀਤ ਕੌਰ ਵਿਧਵਾ ਬਲਜੀਤ ਸਿੰਘ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਤੇ ਭੈਣ ਜੀ ਆਪਣੇ ਪਰਿਵਾਰ ਬਾਰੇ ਜੋ ਜਾਣਕਾਰੀ? ਪਰਿਵਾਰ ਆ ਜੀ, ਤੁਹਾਨੂੰ ਦੇਖਿਆ ਹੀ ਹੈ, ਦੇਖੀ ਜਾਂਦੇ ਸਾਰਾ ਕੁਛ ਜੀ। ਠੀਕ ਆ ਜੀ, ਬਹੁਤ ਗਰੀਬ ਆ ਵੀ। ਐਵੇਂ ਮੈਂ ਤਾਂ ਸਕੂਲਾਂ 'ਚ ਲੱਗ ਕੇ ਘਰਾਂ 'ਚ ਕਰ ਕਰਕੇ ਕੰਮ, ਮੈਂ ਉਹਦਾ ਟਾਈਮ ਪਾਸ ਬਹੁਤ ਕੀਤਾ। ਐਵੇਂ ਕਹਿੰਦੇ ਮੈਨੂੰ ਪਿੰਡ ਨੇ ਬਹੁਤ ਹੈਲਪ ਦਿੱਤੀ ਆ। ਮੈਂ ਪਿੰਡ ਨੂੰ ਨਹੀਂ ਮਾੜਾ ਕਹਿ ਸਕਦੀ। ਇਹ ਸੰਤਾਂ ਨੇ ਮੈਨੂੰ ਜਿਹੜਾ ਰਾਸ਼ਨ ਵੰਡਿਆ, ਉਹ ਮੈਨੂੰ ਸੰਤਾਂ ਨੇ ਜ਼ਰੂਰ ਦਿੱਤਾ। ਉਹ ਸੰਤਾਂ ਵਾਲਾ ਰਾਸ਼ਨ ਮੈਨੂੰ ਜ਼ਰੂਰ ਮਿਲਿਆ, ਹੋਰ ਮੈਨੂੰ ਕੋਈ ਸਹਾਇਤਾ ਨਹੀਂ ਮਿਲੀ। ਜਿਵੇਂ ਵੀ ਮੋਦੀ ਸਰਕਾਰ ਵਾਲਾ ਜਾਂ ਨਹੀਂ। ਕੈਪਟਨ ਪੰਜਾਬ ਸਰਕਾਰ ਵੱਲੋਂ ਉਹ ਨਹੀਂ ਅਜੇ ਮੈਨੂੰ ਕੋਈ ਮਿਲਿਆ ਜੀ। ਕੁਝ ਵੀ ਨਹੀਂ ਮਿਲਿਆ? ਨਹੀਂ ਜੀ, ਉਹ ਨਹੀਂ ਮਿਲਿਆ ਆਪਾਂ ਨੂੰ। ਇਹ ਸੰਤਾਂ ਵਾਲਾ ਜ਼ਰੂਰ ਮਿਲਿਆ। ਅੱਛਾ ਜੀ। ਹਾਂ, ਹੋਰ ਮੇਰੇ ਵੀ ਐਵੇਂ ਪਿੰਡ ਦੇ ਲੋਕ ਮੇਰੀ ਬਹੁਤ ਸੇਵਾ ਕਰਦੇ ਆ। ਆਪਾਂ ਐਵੇਂ ਨਹੀਂ ਕਹਿੰਦਾ, ਜਿਹਦੋਂ ਮੈਂ ਮੰਗ ਲਾ ਮੈਨੂੰ ਜ਼ਰੂਰ ਦਿੰਦੇ ਆ।
ਜਿਵੇਂ ਵੀ ਲੋਕਡਾਊਨ ਦੇ ਦਰਮਿਆਨ ਹਾਂਜੀ, 2-3 ਇਹਨਾਂ ਨੇ ਮਹੀਨੇ ਮੇਰੀ ਸਹਾਇਤਾ lockdown ਕੀਤੀ ਲੱਗਿਆ ਭੈਣ। ਰਿਹਾ 2-3 ਹਾਂਜੀ। ਮਹੀਨੇ ਲੋਕਡਾਊਨ ਲੱਗਿਆ ਰਿਹਾ, ਉਹਦੇ ਵਿੱਚ ਫਿਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਜੀ? ਉਸ ਵਿੱਚ ਮੇਰੇ ਪਿੰਡ ਨੇ ਗੁਜ਼ਾਰਾ ਕਰਾਇਆ ਜੀ। ਜਿਹੜੇ ਵੀ ਜਨ ਚਾਚੇ ਤਾਏ ਆ ਜਾਂ ਦਿਓਰ ਆ ਜੀ ਜੇਠ ਆ ਵੀ ਜਾਂਦੇ, ਉਹਨਾਂ ਤੋਂ ਮੈਂ ਲੈ ਕੇ ਆਦਾ ਟਾਈਮ ਪਾਸ ਕਰਦੀ ਰਹੀ ਹਾਂ। ਤੇ ਘਰਾਂ 'ਚ ਜਿਹਦੇ ਕੰਮ ਕਰਦੀ ਸੀ ਤੇ ਵੀ ਉਹਨਾਂ ਨੇ ਮੈਨੂੰ ਮਾੜੀ ਮੋਟੀ ਸਹਾਇਤਾ ਦਿੱਤੀ ਹੈ ਜੀ ਜ਼ਰੂਰ। ਸਰਕਾਰ ਵੱਲੋਂ ਤੁਹਾਨੂੰ ਕੋਈ ਸਹਾਇਤਾ ਸਰਕਾਰ ਵਾਲ ਨੂੰ ਕੋਈ ਸਹਾਇਤਾ ਨਹੀਂ ਜੀ। ਕੀ ਸਰਕਾਰ ਤੋਂ ਮੰਗ ਕਰਦੇ ਹੋ? ਸਰਕਾਰ ਤੋਂ ਤਾਂ ਹੁਣ ਸਰਕਾਰ ਨੂੰ ਦੀਦਾ ਜੀ ਕੀ ਮੰਗ ਚਾਹੀਦੀ ਹੁਣ ਆਪਾਂ ਨੂੰ ਵੀ। ਮੈਨੂੰ ਦੱਸੋ ਨਾ ਕੀ ਚਾਹੀਦਾ? ਆਪਾਂ ਨੂੰ ਤਾਂ ਦਿਸੀ ਜਾਂਦਾ ਉੱਤੇ ਵੀ ਕਮਰੇ ਵੀ ਸਾਡੇ ਡਿੱਗੀ ਜਾਂਦੇ ਆ ਜੀ। ਹਾਂਜੀ, ਇਹ ਵੀ ਤੁਹਾਨੂੰ ਪਤਾ ਹੀ ਹੈ ਮਜਬੂਰੀਆਂ ਘਰਾਂ ਦੀਆਂ ਕਿੰਨੀਆਂ ਜੀ। ਹੁਣ ਹੋਰ ਸਰਕਾਰ ਨੂੰ ਆਪ ਨੂੰ ਚਾਹੀਦਾ ਜੀ। ਵੇਖੋ ਜੀ ਘਰ ਦੇ ਵਿੱਚ 3 ਬੇਟੀਆਂ ਸੀ ਮੇਰੀਆਂ, ਇੱਕ ਬੇਟੀ ਦਾ ਮੈਂ ਇਹਨਾਂ ਦੇ ਨਾਲ ਵਿਆਹੀ ਹੈ। ਪਿੰਡ ਦੇ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ। ਦਿਓਰਾਂ ਜੇਠਾਂ ਨੇ ਮੇਰਾ ਨੇ ਸਾਰਾ ਕੁਝ ਦੇਣ ਲੈਣ ਦਿੱਤਾ। ਸਾਰਾ ਖਰਚਾ ਵੀ ਜਾਂਦੀ ਪਿੰਡ ਨੇ ਕੀਤਾ ਮੇਰੀ ਬੇਟੀ ਤੇ। ਮੈਂ ਘਰੋਂ ਨਹੀਂ ਕੁਝ ਕੀਤਾ। ਠੀਕ ਹੈ। ਤੇ 3 ਬੇਟੀਆਂ, ਇੱਕ ਮੇਰੇ ਨਾਨਕੀ ਰਹਿੰਦੀ ਬੇਟੀ ਅੱਛਾ, ਵੀ ਉਹ ਲਾਲੂਜ ਕਰਾਉਂਦੇ ਬਿਮਾਰ ਸੀ, ਤੇ ਇੱਕ ਆ ਮੇਰੇ ਕੋਲ 2 ਬੱਚੇ ਹੁਣ ਮੇਰੇ ਸਹਿਮਤ ਨਾਲ। ਕਿੰਨਾ ਟਾਈਮ ਹੋ ਗਿਆ ਤੁਹਾਡੇ ਪਤੀ ਦੀ ਡੈਥ? ਮੇਰੀ ਪਤੀ ਦੀ ਦੱਸੋ 10 ਸਾਲ ਹੋ ਗਏ ਜੀ। ਦਰਸ਼ਕੋ, ਆਪਾਂ ਗੱਲ ਕੀਤੀ ਗਰੀਬ ਪਰਿਵਾਰ ਦੇ ਨਾਲ ਵੀ ਲੋਕਡਾਊਨ ਦੇ ਦਰਮਿਆਨ ਵੀ ਇਸ ਗਰੀਬ ਪਰਿਵਾਰ ਨੂੰ ਰਾਸ਼ਨ ਨਹੀਂ ਮਿਲਿਆ। ਮਕਾਨ ਦੀ ਇਹਨਾਂ ਦੀ ਛੱਤ ਡਿੱਗਣ ਵਾਲੀ ਹੈ, ਤੁਸੀਂ ਉੱਪਰ ਦੇਖ ਸਕਦੇ ਹੋ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉੱਪਰ ਦਾ ਛੱਤ ਦਾ ਸ਼ਾਟ ਜ਼ਰੂਰ ਦਿਖਾਉਣ। ਦੇਖੋ ਕਿਸ ਤਰ੍ਹਾਂ ਸਰੀਏ ਲੈਂਟਰ ਦੇ ਵਿੱਚੋਂ ਸਰੀਏ ਨਿਕਲੇ ਦਿਖਾਈ ਦੇ ਰਹੇ ਹਨ, ਅਤੇ ਅੰਦਰ ਕਮਰੇ ਦੇ ਵਿੱਚ ਵੀ ਇਹਨਾਂ ਦੇ ਲੈਂਟਰ ਨੂੰ ਸਪੋਰਟ ਦੇ ਕੇ ਖੜਾਇਆ ਹੋਇਆ ਹੈ, ਜੋ ਕਿਸੇ ਵੀ ਟਾਈਮ ਡਿੱਗ ਸਕਦਾ ਹੈ। ਉੱਪਰ ਸਰੀਏ ਬਿਲਕੁਲ ਦਿਖਾਈ ਦੇ ਰਹੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਤੁਸੀਂ ਇਹੋ ਜਿਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੰਦੇ ਤਾਂ ਹੋਰ ਤੁਸੀਂ ਰਾਸ਼ਨ ਕਿੱਥੇ ਵੰਡਿਆ? ਜਿਹੜਾ ਕੈਪਟਨ ਸਰਕਾਰ ਦਾ ਸੀ ਜਾਂ ਮੋਦੀ ਸਰਕਾਰ ਵੱਲੋਂ ਰਾਸ਼ਨ ਆਇਆ ਸੀ, ਇਹੋ ਜਿਹੇ ਗਰੀਬ ਪਰਿਵਾਰਾਂ ਨੂੰ ਤਾਂ ਜ਼ਰੂਰ ਦੇਣਾ ਚਾਹੀਦਾ ਸੀ। ਅਗਰ ਤੁਸੀਂ ਇਹੋ ਜਿਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦੇ ਰਹੇ ਤਾਂ ਉਹ ਰਾਸ਼ਨ ਵੰਡਣ ਦਾ ਕੋਈ ਫਾਇਦਾ ਨਹੀਂ। ਆਓ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਪਿੰਡ ਬੋਨਾ ਦੇ ਹੀ ਇੱਕ ਹੋਰ ਭੈਣ ਜੀ ਹਨ ਜੋ ਵਿਧਵਾ ਹਨ। ਇਹਨਾਂ ਦਾ ਵੀ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਨੂੰ ਤਾਂ ਕੋਈ ਸਹਾਇਤਾ ਨਹੀਂ ਮਿਲੀ ਗੌਰਮੈਂਟ ਨੂੰ। ਆਉਂਦੇ ਰਾਸ਼ਨ ਆਉਂਦਾ, ਸਾਨੂੰ ਤਾਂ ਕੋਈ ਰਾਸ਼ਨ ਨਹੀਂ ਮਿਲਿਆ। ਸਾਨੂੰ ਸੰਤਾਂ ਨੇ ਦਿੱਤਾ ਸੀ ਥੋੜਾ ਥੋੜਾ ਰਾਸ਼ਨ, ਉਹ ਵੀ ਹੋਰ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਜਿਵੇਂ ਵੀ ਜੀ। ਮੋਦੀ ਸਰਕਾਰ ਵੱਲੋਂ ਕਹਿੰਦੇ ਰਾਸ਼ਨ ਆਇਆ ਜੀ, ਜਾਂ ਕੈਪਟਨ ਸਰਕਾਰ ਵੱਲੋਂ? ਨਾ ਜੀ, ਸਾਡੇ ਕੋਈ ਰਾਸ਼ਨ ਕੋਈ ਨਹੀਂ ਮਿਲਿਆ ਜੀ? ਨਹੀਂ ਜੀ, ਸਾਡੇ ਕੋਈ ਨਹੀਂ। ਤੇ ਹੋਰ ਜਿਹੜੇ ਕਹਿੰਦੇ ਕਿ ਲੇਡੀਜ਼ ਦੇ ਖਾਤੇ 'ਚ 500 ਰੁਪਈਆ ਮੋਦੀ ਸਰਕਾਰ ਨਾ ਪਾਉਂਦੀ। ਜੀ, ਸਾਡੇ ਕੋਈ ਪੈਸਾ ਨਹੀਂ ਆਇਆ। ਅਸੀਂ 50 ਰੁਪਏ ਦੇ ਕੇ ਆਨਲਾਈਨ ਕਰਾਤਾ ਸੀਗਾ ਵੀ ਆ ਜਾਣਗੇ, ਸਾਡੇ ਕੋਈ ਖਾਤੇ 'ਚ ਪੈਸੇ ਨਹੀਂ ਮਿਲਦੇ। ਤੇ ਜਿਹੜਾ ਲੋਕਡਾਊਨ ਪਿੱਛੇ ਜੇ ਲੱਗਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਗੁਜ਼ਾਰਾ ਕੀਤਾ ਜੀ? ਸਾਡਾ ਜੀ ਮੇਰੇ ਭੈਣ ਭਰਾ ਮਦਦ ਕਰਦੇ ਆ। ਮੇਰੇ ਭਤੀਜੇ ਫੋਨ 'ਚ ਉਹ ਕਰਦੇ ਆ। ਮੇਰਾ ਬੇਟਾ ਲੱਗਿਆ ਵਾ ਕੰਮ ਤੇ। ਹੋਰ ਸਰਕਾਰ ਵੱਲੋਂ ਤੁਹਾਨੂੰ ਕੋਈ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਜੀ ਅੱਜ ਤੱਕ। ਕੀ ਸਰਕਾਰ ਤੋਂ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਹਾਂ ਜੀ ਸਾਡੇ ਮਦਦ ਕਰ ਰਹੀ ਗਵਰਨਮੈਂਟ ਵੀ ਜਿਵੇਂ ਲੋਕਾਂ ਦੀ ਕਰਦੇ, ਪਰ ਸਾਡੀ ਕੋਈ ਨਹੀਂ ਹੋਈ ਅੱਜ ਤੱਕ ਮਦਦ। ਠੀਕ ਹੈ। ਇਹ ਦੋਸਤੋ ਕੀਤੀ ਆਪਾਂ ਭੈਣ ਜੀ ਦੇ ਨਾਲ ਗੱਲਬਾਤ। ਆਓ ਹੁਣ ਆਪਾਂ ਤੁਹਾਨੂੰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਕਿ ਉਹਨਾਂ ਤੱਕ ਲੋਕਡਾਊਨ ਦੇ ਦਰਮਿਆਨ ਰਾਸ਼ਨ ਪਹੁੰਚਿਆ ਜਾਂ ਨਹੀਂ ਪਹੁੰਚਿਆ, ਕੀ ਕਹਿਣਾ ਹੈ ਲੋਕਾਂ ਦਾ। ਆਓ ਕਰਦੇ ਹਾਂ ਲੋਕਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਵੀਰੇ। ਕੀ ਨਾਮ ਹੈ ਜੀ? ਸੁਰਿੰਦਰ ਕੌਰ। ਮਾਤਾ ਜੀ ਦਿਓ ਆਪਣੇ ਪਰਿਵਾਰ ਬਾਰੇ ਜਾਣਕਾਰੀ। ਪਰਿਵਾਰ ਬਾਰੇ ਜਾਣਕਾਰੀ ਜੀ ਪਹਿਲਾਂ ਤਾਂ ਮੇਰੀ ਸੁਣੋ। ਮੈਂ ਵਿਧਵਾ ਔਰਤ ਹਾਂ। ਮੇਰੇ ਘਰੇ ਮੇਰਾ ਬੰਦਾ ਹੈ ਨਹੀਂ, ਜਵਾਕ ਮੇਰਿਆਂ ਦੀ ਕਮਾਈ ਕੋਈ ਨਹੀਂ, ਦੁਕਾਨ ਮੇਰੀ ਚੱਲਦੀ ਨਹੀਂ ਗੀ। ਜਦੋਂ ਦਾ ਲਾਕਡਾਊਨ ਲੱਗਿਆ ਉਦੋਂ ਦੀ ਜਮਾਂ ਹੀ ਬੰਦ ਆ, ਕੋਈ ਕਮਾਈ ਨਹੀਂ, ਕੋਈ ਸਾਨੂੰ ਕਿਸੇ ਪਾਸੇ ਰਾਸ਼ਨ ਨਹੀਂ ਆਇਆ, ਕਿਸੇ ਗਵਰਨਮੈਂਟ ਵੱਲੋਂ ਨਹੀਂ ਕੋਈ ਮਿਲਿਆ। ਪੰਜਾਬ ਸਰਕਾਰ ਸਾਨੂੰ ਕੋਈ ਪੈਸਾ ਵੀ ਨਹੀਂ ਆਇਆ ਮੋਦੀ ਦਾ। ਅੱਛਾ, ਸਰਕਾਰ ਵੱਲੋਂ ਕੁਝ ਵੀ ਨਹੀਂ ਆਇਆ, ਅਕਾਊਂਟ ਵਿੱਚ ਵੀ ਕੁਝ ਨਹੀਂ ਆਇਆ ਸਾਨੂੰ। ਜਿਹੜਾ ਰਾਸ਼ਨ ਭੇਜਿਆ ਗਿਆ ਉਹ ਸਾਨੂੰ ਰਾਸ਼ਨ ਕੋਈ ਨਹੀਂ ਆਇਆ ਵੀਰੇ। ਹਾਂ, ਅਸੀਂ ਪਿੰਡ 'ਚ ਜੇ ਪਿੰਡ ਵਿੱਚੋਂ ਕਿਸੇ ਦੇ ਕੋਈ ਕੁਝ ਨਹੀਂ ਆਇਆ। ਇੱਕ ਵਾਰੀ ਇੱਕ ਆਇਆ, ਉਹ ਵੀ ਸੰਤਾਂ ਵੱਲੋਂ ਆਇਆ ਰਾਸ਼ਨ ਥੋੜਾ ਜਿਹਾ। ਉਹਨੇ ਕ ਰਾਸ਼ਨ ਦੇ ਨਾਲ ਸਾਡਾ 206 ਮਹੀਨੇ ਨਿਕਲ ਗਏ। ਕੀ ਸਰਕਾਰ ਤੋਂ ਮੰਗ ਕਰਦੇ ਹੋ? ਸਰਕਾਰ ਤੋਂ ਮੰਗ ਇਹੀ ਕਰਦੇ ਆ ਵੀ ਜਿਵੇਂ ਆਮ ਪਿੰਡਾਂ ਵਿੱਚ ਆਮ ਲੋਕਾਂ ਨੂੰ ਸਭ ਕੁਝ ਮਿਲਦਾ, ਸਾਨੂੰ ਕਿਉਂ ਨਹੀਂ? ਸਾਡੇ ਪਿੰਡ ਵਿੱਚ ਜਮਾ ਹੀ ਨਹੀਂ ਆਇਆ, ਕਿਸੇ ਨੂੰ ਵੀ ਨਹੀਂ ਆਇਆ। ਇੱਕ ਮਹੀਨੇ ਮੈਂ ਤਾਂ ਚਲੋ ਮੰਨਦੀ ਆ ਵੀ ਚਲੋ ਸਾਡੇ ਗਰੀਬਾਂ ਦੀ ਕਿਹਨੇ ਸੁਣਨੀ ਆ, ਸਾਨੂੰ ਕਿਹਨੇ ਦਵਾਈ ਦਵਾਉਣੀ ਆ? ਕੈਂਸਰ ਦੀ ਮੈਂ ਮਰੀਜ਼ ਆ। ਹਾਂ, ਫਿਰ ਮਾਤਾ ਜੀ ਲਾਕਡਾਊਨ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਕੀਤਾ? ਐਂ ਜੀ ਦੇ ਕਦੇ ਕਿਸੇ ਨੇ ਦੇਤੀ ਕੋਈ ਚੀਜ਼ ਖਾ ਲਈ, ਕਦੇ ਕਿਸੇ ਨੇ ਦੇਤੀ, ਇੱਕਾਂ ਗੁਜ਼ਾਰਾ ਕਰ ਲਿਆ। ਭੈਣ ਭਰਾ ਆਪਸ ਵਿੱਚ ਹੀ ਵੰਡ ਚੁੰਡ ਕੇ ਖਾਈ ਜਾਂਦੇ ਆ, ਔਖੇ ਸਖਾਲੇ। ਕੀ ਸਰਕਾਰ ਤੋਂ ਮੰਗ ਕਰਦੇ ਹੋ? ਸਰਕਾਰ ਤੋਂ ਜੀ ਰਾਸ਼ਨ ਵੀ ਮੰਗਦੇ ਆ, ਸਭ ਕੁਝ ਦਵਾਈ ਬੂਟੀ ਵੀ ਮੰਗਦੇ ਆ। ਦਵਾਈ ਵੀ ਨਹੀਂ ਸਾਨੂੰ ਤਾਂ ਮਿਲਦੀ, ਇੱਥੋਂ ਵੀ ਨਹੀਂ ਕੋਈ ਦਿੰਦਾਗਾ। ਡਾਕਟਰ ਪਹਿਲਾਂ ਪੈਸੇ ਭਾਲਦੇ ਆ। ਆਓ ਦੋਸਤੋ ਗੱਲ ਕਰਦੇ ਹਾਂ ਪਿੰਡ ਬੋਨਾ ਦੇ ਇੱਕ ਹੋਰ ਗਰੀਬ ਪਰਿਵਾਰ ਦੇ ਨਾਲ, ਜਿਨ੍ਹਾਂ ਨੂੰ ਕਿ ਖੁਦ ਨੂੰ ਜਿਹੜੇ ਕੈਂਸਰ ਦੇ ਮਰੀਜ਼ ਆ, ਅਤੇ ਉਹਨਾਂ ਦੇ ਘਰ ਵਾਲੇ ਜਿਹੜੇ ਸੀ ਉਹ ਗੱਡੀ ਚਲਾਉਂਦੇ ਸੀ ਸਕੂਲ ਦੀ, ਐਕਸੀਡੈਂਟ ਹੋਣ ਦੇ ਕਾਰਨ ਉਹਦੀ ਵੀ ਲੱਤ ਟੁੱਟੀ ਹੋਈ ਆ। ਆਓ ਕਰਦੇ ਹਾਂ ਗੱਲ ਗਰੀਬ ਪਰਿਵਾਰ ਨਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਕੀ ਨਾਮ ਹੈ ਜੀ? ਸਿਮਰਜੀਤ ਕੌਰ। ਭੈਣ ਜੀ, ਜਿਹੜਾ ਮੋਦੀ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਰਾਸ਼ਨ ਆਇਆ ਤੁਹਾਨੂੰ ਮਿਲਿਆ ਜੀ? ਨਹੀਂ ਜੀ, ਸਾਨੂੰ ਨਹੀਂ ਕੀ ਕੁਝ। ਕਹਿਣਾ ਚਾਹੁੰਦੇ ਤੁਸੀਂ?
ਸਾਨੂੰ ਜੀ ਬਸ ਸਕੋ ਤਾਂ ਸਾਨੂੰ ਉਹਨਾਂ ਨੇ ਬਸ ਸੰਤਾਂ ਨੇ ਮਦਦ ਕੀਤੀ ਥੋੜੀ ਬਹੁਤੀ, ਉਹਨਾਂ ਨੇ ਰਾਸ਼ਨ ਦਿੱਤਾ ਹੈ। ਬਾਕੀ ਵੀ ਹੋਰ ਥੋੜਾ ਬਹੁਤਾ ਮਿਲਿਆ ਵਾ, ਹੋਰ ਸਾਨੂੰ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹਜੇ ਤੱਕ। ਸਰਕਾਰ ਵੱਲੋਂ ਜਿਹੜੇ 500 ਲੇਡੀਜ਼ ਦੇ ਖਾਤੇ 'ਚ ਪਾਏ ਜਾ ਰਹੇ ਉਹ ਆਇਆ ਹੀ ਤੁਹਾਡੇ ਖਾਤੇ? ਹਾਂਜੀ, ਉਹ ਇੱਕ ਦੋ ਵਾਰੀ ਮਿਲਿਆ ਸਾਨੂੰ, ਉਹ ਤੋਂ ਬਾਅਦ ਚ ਨਹੀਂ ਮਿਲਿਆ। 2 ਵਾਰੀ ਮਿਲਿਆ, ਉਹ ਤੋਂ ਬਾਅਦ ਚ ਨਹੀਂ ਜਿਹੜੇ ਮਿਲਿਆ। ਕੋਈ ਸਰਕਾਰਾਂ ਵੱਲੋਂ ਰਾਸ਼ਨ ਆਇਆ ਉਹ ਕੋਈ ਰਾਸ਼ਨ ਨਹੀਂ ਮਿਲਿਆ? ਨਹੀਂ, ਸਾਨੂੰ ਸਰ ਕੋਈ ਨਹੀਂ ਮਿਲਿਆ। ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਥੋੜੀ ਬਹੁਤ ਸਹਾਇਤਾ ਕੀਤੀ ਜਾਵੇ ਸਾਡੀ, ਕਿਉਂ ਬੱਚੇ ਵੀ ਥੋੜੇ ਛੋਟੇ ਆ ਹਜੇ। ਘਰ ਵਾਲੇ ਦੀ ਲੱਤ ਟੁੱਟੀ ਹੈ, ਸਕੂਲ ਦੀ ਗੱਡੀ ਚਲਾਉਂਦੇ ਸੀਗੇ ਤੇ ਹੁਣ ਉਹ ਵੀ 3 ਮਹੀਨਿਆਂ ਤੋਂ ਵਿਹਲੇ ਬਹਿ ਰਹੇ ਆ, ਕਿਉਂ ਬਾਕੀ ਕੈਂਸਰ ਦੀ ਮਰੀਜ਼ ਆ, ਮੇਰਾ ਇਲਾਜ ਚੱਲ ਰਿਹਾ ਕਿੱਥੋਂ ਇਲਾਜ? ਫਰੀਦਕੋਟ ਤੋਂ। ਫਿਰ ਜਿਹੜਾ ਇਹ ਲੋਕਡਾਊਨ ਦੇ ਦਰਮਿਆਨ ਫਿਰ ਤੁਹਾਡਾ ਕਿਸ ਤਰ੍ਹਾਂ ਗੁਜ਼ਾਰਾ ਚੱਲਿਆ? ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕੀਤਾ ਸਰ, ਬਹੁਤ। ਪਿੰਡ ਵੱਲੋਂ ਥੋੜੀ ਬਹੁਤੀ ਮਦਦ ਹੋਈ ਪਿੰਡ ਵੱਲੋਂ? ਨਹੀਂ ਸਰ, ਪਿੰਡ ਵੱਲੋਂ ਕੋਈ ਮਦਦ ਨਹੀਂ ਮਿਲੀ ਆਪਾਂ ਨੂੰ। ਬਾਕੀ ਅਸੀਂ ਇਹੀ ਚਾਹੁੰਦੇ ਹਾਂ ਸਰਕਾਰ ਤੋਂ ਕਿ ਸਾਨੂੰ ਥੋੜੀ ਬਹੁਤੀ ਮਦਦ ਮਿਲਣੀ ਚਾਹੀਦੀ ਆ, ਕਿ ਬਾਕੀ ਘਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਇਸ ਵਕਤ, ਤੇ ਬੱਚੇ ਛੋਟੇ ਨੇ ਤੇ ਇਸ ਕਰਕੇ ਸਾਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ। ਹਾਂ, ਬੋਲੀ ਵਾਲੇ ਸੰਤਾਂ ਨੇ ਸਾਨੂੰ ਰਾਸ਼ਨ ਜ਼ਰੂਰ ਦਿੱਤਾ ਵਾ। ਠੀਕ ਹੈ ਦੋਸਤੋ, ਦਿਖਾਈ ਤੁਹਾਨੂੰ ਘਰ ਦੀ ਗਰੀਬ ਪਰਿਵਾਰ ਦੀ ਹਾਲਤ, ਜੋ ਕਿ ਖੁਦ ਭੈਣ ਜੀ ਕੈਂਸਰ ਦੇ ਮਰੀਜ਼ ਹਨ ਅਤੇ ਇਹਨਾਂ ਦਾ ਘਰ ਵਾਲਾ ਇਹਦੀ ਲੱਤ ਟੁੱਟੀ ਹੋਈ। ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਜ਼ਰੂਰ ਮਦਦ ਕਰਨ, ਜ਼ਰੂਰ ਰਾਸ਼ਨ ਇਹਨਾਂ ਦੇ ਪਹੁੰਚਦਾ ਕਰਨ, ਜਾਂ ਹੋਰ ਕੋਈ ਮਾਲੀ ਮਦਦ ਇਹਨਾਂ ਦੀ ਜ਼ਰੂਰ ਕੀਤੀ ਜਾਵੇ। ਦੋਸਤੋ, ਅੱਜ ਆਪਾਂ ਪਿੰਡ ਬੋਨਾ ਦੇ ਵਿੱਚ ਕਈ ਪਰਿਵਾਰਾਂ ਦੇ ਨਾਲ ਗੱਲ ਕੀਤੀ। ਜਿਵੇਂ ਕਿ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਘਰ ਘਰ ਰਾਸ਼ਨ ਪਹੁੰਚਾਇਆ, ਕੈਪਟਨ ਸਰਕਾਰ ਵਾਅਦੇ ਕਰਦੀ ਆ, ਮੋਦੀ ਸਰਕਾਰ ਵਾਅਦੇ ਕਰਦੀ ਆ, ਪਰ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਇਸ ਤਰ੍ਹਾਂ ਲੱਗਿਆ ਵੀ ਜਿਹੜੀ ਸਰਕਾਰ ਦੇ ਦਾਅਵੇ ਬਿਲਕੁਲ ਖੋਖਲੇ ਆ, ਇਹਨਾਂ ਵਿੱਚ ਕੋਈ ਸੱਚਾਈ ਨਹੀਂ। ਆਓ ਆਪਾਂ ਹੁਣ ਗੱਲ ਕਰਦੇ ਹਾਂ ਪਿੰਡ ਬੋਨਾ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰ, ਜਿਹੜੇ ਤੁਹਾਡੇ ਪਿੰਡ 'ਚ ਅਸੀਂ ਲੋਕਾਂ ਨਾਲ ਕਾਫੀ ਗੱਲ ਕੀਤੀ ਆ, ਉਹਨਾਂ ਨੇ ਦੱਸਿਆ ਵੀ ਜੋ ਕੈਪਟਨ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਜਿਹੜਾ ਪਿੰਡਾਂ ਦੇ ਵਿੱਚ ਰਾਸ਼ਨ ਭੇਜਿਆ ਗਿਆ ਉਹ ਨਹੀਂ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਸਰਕਾਰੀ ਰਾਸ਼ਨ ਨਹੀਂ ਪਹੁੰਚਿਆ ਜੀ। ਉਹ ਭਾਵੇਂ ਪੰਜਾਬ ਸਰਕਾਰ ਦਾ ਹੋਵੇ ਜਾਂ ਭਾਰਤ ਸਰਕਾਰ ਦਾ ਹੋਵੇ, ਅੱਜ ਮੇਰਾ ਖਿਆਲ 16-17 ਤਰੀਕ ਹੋ ਗਈ ਆ ਤੇ ਅੱਜ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਰਾਸ਼ਨ ਨਹੀਂ ਵੰਡਿਆ ਗਿਆ ਗਾ। ਦੂਸਰੀ ਗੱਲ ਆ ਵੀ ਜਿਹੜੇ ਸਾਡੇ ਪਿੰਡ ਦੇ ਘਰ ਐਸੇ ਆ ਜਿਨ੍ਹਾਂ ਦੇ ਵਿੱਚ ਕੈਂਸਰ ਦੇ ਮਰੀਜ਼ ਆ, ਕੋਈ ਲੱਤਾਂ ਬਾਹਾਂ ਤੋਂ ਆ ਰਹੇ ਆ, ਕਿਸੇ ਦਾ ਕਿਸ ਤਰ੍ਹਾਂ ਦਾ, ਉਹਨਾਂ ਘਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸੋਰਸ ਯਾਨੀ ਕਮਾਈ ਦਾ, ਉਹਨਾਂ ਨੂੰ ਵੀ ਅੱਜ ਵੱਡੇ ਵੱਡੇ ਸਰਕਾਰ ਵੱਲੋਂ ਬਿੱਲ ਭੇਜੇ ਗਏ ਆ, ਪਰ ਰਾਸ਼ਨ ਨਹੀਂ ਕੋਈ ਵੀ ਭੇਜਿਆ ਗਿਆ ਵੀ ਜੇ ਕਹੀਏ ਅਸੀਂ ਇਹਨਾਂ ਨੂੰ ਰਾਸ਼ਨ ਪਹੁੰਚਿਆ ਹੋਊਗਾ। ਪਿੱਛੇ ਜੇ ਕੈਪਟਨ ਸਰਕਾਰ ਨੇ ਥੈਲੇ ਛਪਾਏ ਸੀ, 20 ਲੱਖ ਕਹਿੰਦੇ ਸੀ, 20 ਲੱਖ ਸਰਕਾਰ ਜਿਹੜੀ ਆ 20 ਲੱਖ ਪਰਿਵਾਰਾਂ ਨੂੰ ਥੈਲਿਆਂ ਦੇ ਰਾਹੀਂ ਇਹ ਜਿਹੜਾ ਰਾਸ਼ਨ ਦਿੱਤਾ ਜਾਊਗਾ। ਜਿਹੜਾ ਪੰਜਾਬ ਸਰਕਾਰ ਦੇ ਕੈਪਟਨ ਦਾ ਉੱਪਰ ਫੋਟੋ ਲੱਗਿਆ, 10 ਕਿਲੋ ਆਟਾ, ਉਹਦੇ ਵਿੱਚ 2 ਕਿਲੋ ਖੰਡ, 2 ਕਿਲੋ ਦਾਲ ਦੇਣ ਦੀ ਗੱਲ ਕੀਤੀ ਸੀ। ਸਾਡਾ ਹਲਕਾ ਧਰਮਕੋਟ ਦੇ ਵਿੱਚ ਪਿੰਡ ਪੈਂਦਾ ਜੀ, ਜ਼ਿਲ੍ਹਾ ਮੋਗਾ ਦੇ ਵਿੱਚ, ਪਰ ਸਾਨੂੰ ਅੱਜ ਤੱਕ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ, ਨਾ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਦਦ ਮੇਰੇ ਪਿੰਡ ਦੇ ਵਿੱਚ ਨਹੀਂ ਮਿਲੀ। ਸਮਾਜ ਸੇਵੀ ਵੀਰਾਂ ਨੇ ਜ਼ਰੂਰ ਇਸ ਸਮੇਂ ਨੂੰ, ਜਿਹੜਾ ਔਖਿਆਈ ਦਾ ਸਮਾਂ ਸੀਗਾ, ਉਸ ਨੂੰ ਸਾਡਾ ਟਾਈਮ ਪਾਸ ਨਗਰ ਵਾਸੀਆਂ ਦਾ ਕਰਵਾਇਆ ਵਾ, ਜਾਂ ਸਾਡੇ ਇੱਥੇ ਸੰਤ ਬਾਬਾ ਧਰਮਦਾਸ ਜੀ ਬੌਲੀ ਸਾਹਿਬ ਵਾਲੇ ਆ ਉਹ, ਜਾਂ ਮੁਸਲਮਾਨ ਭਾਈਚਾਰੇ ਤੋਂ ਉਹਨਾਂ ਨੇ ਵੀ ਮਦਦ ਕੀਤੀ ਆ। ਪੱਤਰਕਾਰ ਰਾਜ ਕੁਮਾਰ ਜੀ ਜਿਹੜੇ ਆ ਜਾਗਰਣ ਦੇ ਆ, ਹਿੰਦੀ ਜਾਗਰਣ ਦੇ, ਉਹਨਾਂ ਵੱਲੋਂ ਵੀ ਕੁਝ ਮਦਦ ਕੁਝ ਪਰਿਵਾਰਾਂ ਦੀ ਕੀਤੀ ਗਈ। ਇਸੇ ਤਰ੍ਹਾਂ ਜਿਹੜੇ ਆ ਲੋੜਵੰਦ ਪਰਿਵਾਰ ਆ, ਉਹਨਾਂ ਦੀ ਅਸੀਂ ਵੀ ਰਲ ਮਿਲ ਕੇ ਥੋੜ੍ਹੇ ਘਣੀ, ਜਿੰਨੇ ਕਿ ਸਾਡੇ ਬਾਹਰ ਬੈਠੇ NRI ਵੀਰ, ਉਹਨਾਂ ਦੇ ਸਹਿਯੋਗ ਦੇ ਨਾਲ ਰਾਸ਼ਨ ਦੇ ਰਹੇ ਹਾਂ, ਪਰ ਸਰਕਾਰਾਂ ਤੋਂ ਸਾਨੂੰ ਅੱਜ ਤੱਕ ਕੁਝ ਨਹੀਂ ਮਿਲਿਆ। ਸਰ, ਕੀ ਸਰਕਾਰ ਤੋਂ ਤੁਸੀਂ ਮੰਗ ਕਰਦੇ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਜਾਂ ਤਾਂ ਵਾਅਦਾ ਕਰਿਆ ਨਾ ਕਰੋ, ਜੇ ਵਾਅਦਾ ਕਰਦੇ ਆ ਤੇ ਘੱਟੋ ਘੱਟ ਉਹਨਾਂ ਗਰੀਬਾਂ ਲੋਕਾਂ ਨੂੰ ਜਿਹੜੀ ਆ ਕੋਈ ਨਾ ਕੋਈ ਸਹੂਲਤ ਜ਼ਰੂਰ ਦਿੱਤੀ ਜਾਵੇ। ਜੇ ਗਰੀਬਾਂ ਦੇ ਨਾਂ ਤੇ ਧਨਾਢਾਂ ਨੂੰ ਲੁਟਾਉਣਾ ਵਾ ਤਾਂ ਉਹ ਲੁੱਟ ਸਾਡੇ ਗਰੀਬਾਂ ਦਾ ਜਿਹੜਾ ਨੁਕਸਾਨ ਇੱਕ ਪਾਸੇ ਤਾਂ ਆਰਥਿਕ ਤੌਰ ਤੇ ਹੋ ਰਿਹਾ, ਦੂਜੇ ਪਾਸੇ ਮਾਨਸਿਕ ਤੌਰ ਤੇ ਵੀ ਸਾਡਾ ਜਿਹੜਾ ਹੋ ਰਿਹਾ ਸ਼ੋਸ਼ਣ ਹੋ ਰਿਹਾ ਇਹ, ਕਿਉਂਕਿ ਸਰਕਾਰਾਂ ਜਿਹੜੀਆਂ ਵਾ ਗਰੀਬਾਂ ਦੇ ਨਾਂ ਤੇ ਕੋਈ ਚੀਜ਼ ਲਾਗੂ ਕਰਦੀਆਂ ਤੇ ਅਮੀਰ ਉਹਨੂੰ ਵਰਤ ਜਾਂਦੇ ਆ। ਇਸੇ ਤਰ੍ਹਾਂ ਹੀ ਵਡੇਪਾ ਪੈਨਸ਼ਨਾਂ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਅੱਜ ਤੱਕ ਨਹੀਂ ਮਿਲਦੀਆਂ, ਨਹੀਂ ਲੱਗੀਆਂ, ਪਰ ਜਿਹੜੇ ਚੰਗੇ ਘਰਾਂ ਦੇ ਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜ਼ਮੀਨ ਜਾਇਦਾਦ ਵੀ ਆ, ਉਹ ਪੈਨਸ਼ਨਾਂ, ਵਡੇਪਾ ਪੈਨਸ਼ਨਾਂ ਪ੍ਰਾਪਤ ਕਰ ਰਹੇ ਆ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਗੁਜ਼ਰ ਰਿਹਾ, ਜਿੱਥੇ ਸਰਕਾਰ ਕਹਿੰਦੀ ਆ ਘਰ ਘਰ ਦੇ ਵਿੱਚ ਨੌਕਰੀ ਹੋਊਗੀ ਜਾਂ ਰੁਜ਼ਗਾਰ ਹੋਊਗਾ, ਉਹ ਵੀ ਸਾਨੂੰ ਕੋਈ ਚੀਜ਼ ਨਹੀਂ ਦਿਸੇਗੀ, ਪਰ ਘਰ ਘਰ ਦੇ ਵਿੱਚ ਜਾਂ ਤਾਂ ਨਸ਼ੇ ਪਹੁੰਚੇ ਆ, ਜਾਂ ਅੱਜ ਘਰ ਘਰ ਦੇ ਵਿੱਚੋਂ ਅਰਥੀਆਂ ਉੱਠਣੀਆਂ ਸ਼ੁਰੂ ਹੋ ਗਈਆਂ। ਆ ਲੋਕਡਾਊਨ ਦੇ ਦੌਰਾਨ ਜਿਹੜੇ ਹਾਲਾਤ ਬਣੇ ਆ ਉਹ ਆਪਾਂ ਨੂੰ ਵੇਖੇ ਆ ਵੀਰੋ,
ਕਈ ਬੱਚਿਆਂ ਨੂੰ ਜਿਹੜਾ ਵਾ ਸਮਾਰਟ ਸਕੂਲਾਂ ਦੇ ਵਿੱਚ ਸਮਾਰਟ ਫੋਨਾਂ ਤੇ ਪੜ੍ਹਨ ਨੂੰ ਮੌਕਾ ਮਿਲਣਾ ਸੀਗਾ, ਉਹਨਾਂ ਗਰੀਬ ਬੱਚੀਆਂ ਨੇ ਫਾਹੇ ਲਏ ਆ। ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਹੋਰ ਥਾਵਾਂ ਤੇ ਵੀ ਜਿਹੜੇ ਬੱਚੇ ਆ ਜਿਨ੍ਹਾਂ ਦੇ ਕੋਲੇ ਉਹ ਫੋਨ ਨਹੀਂ ਸੀਗੇ, ਫੋਨ ਨਾ ਹੋਣ ਕਰਕੇ ਉਹ ਸਕੂਲ ਦੀ ਵਿੱਦਿਆ ਜਿਹੜੀ ਪੜ੍ਹ ਨਹੀਂ ਸਕੇ, ਇਸ ਕਰਕੇ ਜਿਹੜੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਕੋਈ ਨਾ ਕੋਈ ਮੌਤ ਨੂੰ ਗਲੇ ਲਾਉਣਾ ਪਿਆ। ਸਰ ਜਿਵੇਂ ਤੁਸੀਂ ਪਿਛਲੇ 5 ਸਾਲ ਸਰਪੰਚ ਸੀਗੇ, ਤੁਸੀਂ ਆਪਦੇ ਜਿਹੜਾ ਤੁਹਾਡਾ ਸਮਾਂ ਸੀਗਾ 5 ਸਾਲ ਦਾ ਜੀ, ਜਿਹੜੇ ਲੋਕਾਂ ਦੀ ਨਹੀਂ ਪੈਨਸ਼ਨ ਲੱਗੀ, ਤੁਸੀਂ ਉਹ ਲੋਕਾਂ ਦੀ ਪੈਨਸ਼ਨ ਲਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ? ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ, ਉਹਨਾਂ ਲੋਕਾਂ ਦੇ ਫਾਰਮ ਵੀ ਭਰ ਕੇ ਦਿੱਤੇ ਆ, ਬਹੁਤ ਸਾਰੇ ਲੋਕਾਂ ਦੀ ਜਿਹੜੀ ਪੈਨਸ਼ਨ ਲਵਾਈ ਵੀ ਆ। ਪਰ ਕੀ ਆ ਵੀ ਕੁਝ ਸਮਾਂ ਜਿਹੜਾ ਅਕਾਲੀ ਸਰਕਾਰ ਦਾ ਲੰਘਿਆ, ਕੁਝ ਸਮਾਂ ਜਿਹੜਾ ਵਾ ਪੰਜਾਬ ਸਰਕਾਰ ਜਿਹੜੀ ਕੈਪਟਨ ਦੀ ਸਰਕਾਰ ਇਹ ਚੱਲਦੀ ਆ। ਮੇਰੇ ਆਪਦੇ ਵੱਲੋਂ ਮੈਂ ਇਹ ਗੱਲ ਕਹਿ ਸਕਦਾ ਕਿ ਇੱਕ ਇਮਾਨਦਾਰ ਸਰਪੰਚ ਹੋਣ ਦੇ ਨਾਂ ਤੇ ਮੈਂ ਜਿਹੜਾ ਕੰਮ ਕਰਨਾ ਚਾਹੁੰਦਾ ਸੀ, ਮੈਨੂੰ ਜਿਹੜੇ ਬਣਦੇ ਅਫਸਰਾਂ ਨੇ ਮਾਨ ਸਤਿਕਾਰ ਨਹੀਂ ਦਿੱਤਾ, ਕਿਉਂਕਿ ਉਹਨਾਂ ਲੋਕਾਂ ਦਾ ਵੀ ਅਫਸਰਾਂ ਦਾ ਵੀ ਇਹੀ ਕਹਿਣਾ ਵੀ ਜਦੋਂ ਇਹ ਸਰਕਾਰਾਂ ਸਾਡੇ ਤੋਂ ਫੰਡ ਲੈਂਦੀਆਂ ਜਾਂ ਸਾਥੋਂ ਜਿਹੜਾ ਕੋਈ ਨਾ ਕੋਈ ਕਮਿਸ਼ਨ ਲੈਂਦੀਆਂ ਤੇ ਅਸੀਂ ਫਿਰ ਤੁਹਾਡੇ ਤੋਂ ਲੋਕਾਂ ਤੋਂ ਇਕੱਠਾ ਕਰਕੇ ਦੇਣਾ। ਇਸ ਤਰ੍ਹਾਂ ਕਰਕੇ ਜਿਹੜੀਆਂ ਪੈਨਸ਼ਨਾਂ ਵੀ ਨਿੱਕੇ ਪੱਧਰ ਤੱਕ ਇਹ ਜਿਹੜਾ ਕਰਪਟਾ ਕੰਮ, ਇਸ ਨੂੰ ਅਸੀਂ ਕਹਿ ਨਹੀਂ ਸਕਦੇ ਵੀ ਇਹ ਜਿਹੜਾ ਪੰਜਾਬ ਸਰਕਾਰ ਲੋਕਾਂ ਤੱਕ ਮਦਦ ਕਰਦੀ ਹੈ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਲੁੱਟਣ ਵਾਲੇ ਪਾਸੇ, ਕੁੱਟਣ ਵਾਲੇ ਪਾਸੇ ਤੁਰੀ ਹੋਈ ਹੈ। ਧੰਨਵਾਦ ਸਰਪੰਚ ਸਾਹਿਬ। ਧੰਨਵਾਦ ਜੀ। ਦੋਸਤੋ ਆਪਾਂ ਗੱਲ ਕੀਤੀ ਪਿੰਡ ਬੋਨਾ ਦੇ ਸਰਪੰਚ ਦੇ ਨਾਲ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਕੋਈ ਜਿਹੜੀਆਂ ਧਾਰਮਿਕ ਸੰਸਥਾਵਾਂ ਜਾਂ ਸੰਤ ਆ, ਉਹਨਾਂ ਨੇ ਪਿੰਡ ਦੇ ਵਿੱਚ ਲੋਕਡਾਊਨ ਦੇ ਦਰਮਿਆਨ ਰਾਸ਼ਨ ਪਹੁੰਚਾਇਆ, ਪਰ ਜੋ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਆ ਵੀ ਅਸੀਂ ਇੰਨਾ ਰਾਸ਼ਨ ਪਹੁੰਚਾਵਾਂਗੇ, ਕਿਸੇ ਦੇ ਘਰ ਵਿੱਚ ਪਿੰਡ ਬੋਨੇ ਵਿੱਚ ਕੋਈ ਸਰਕਾਰੀ ਰਾਸ਼ਨ ਨਹੀਂ ਆਇਆ। ਪ੍ਰਾਈਮ ਉਹਦੇ ਚੈਨਲ ਲਈ ਮੋਗਾ ਤੋਂ ਕੈਮਰਾਮੈਨ ਬਲਜੀਤ ਧਾਲੀਵਾਲ ਦੇ ਨਾਲ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ।